दोस्तों इस वक्त असी पानीपत का जो टोल प्लाजा ना दिल्ली जाते हुए असी रुके और इन्होंने घेर के रोक लिया सानू। तुसीं देखो कितना शौक नाल लंगर छका रहे ने, चाह का लंगर है, पकौड़ियां का लंगर है। गल उत्साह की आ, गल भाईचारे की आ। जिस ढंग दे नाल मैं तो चले चलिया सीगा पर इन्होंने धक्के नाल, मैं चाह पीना, धक्के दे नाल ही मैनू गड्डी चों ला के कि तुहानू जाण नहीं देना और साडा भाईचारक साह जान के देखो तो तुसीं देख सकते हो कि सारे वक्-वक् धर्मां दे वक्-वक् वर्गां दे लोग बैठे ने। मेरे कोल बैठे ने मोहम्मद इकराम जी, ये पानीपत दे ने। तां 2 मिनट इन्हां तों पुछिए तुसीं किदां दा तुसीं इस सारे संघर्ष बारे या तुसीं की देख रहे हो सारा कुछ? आप जो अच्छा लगता है बोलो आप। मैंने अच्छा ये लगता है जी, और मोदी जी का तो धन्यवाद करते हैं कि उन्होंने हमें एक कर दिए। हाँ, ये भी अच्छी बात, बहुत अच्छी बात है। और सारे हिंदू मुसलमान सिख ईसाई सबको पता लग गया, सब समझ चुके हैं कि इनकी राजनीति जो है ना वो ये फाड़ने की थी। अब मिल गए, हम सब समझ चुके हैं क्योंकि हमने अपने देश को बचाना है। देश हमारा दूसरी तरफ जाने लग रहा, बहुत बड़ा नुकसान हो रहा, व्यापारी का, किसान का, सब आदमी किसान से जुड़े हुए हैं। और जब किसान ही नहीं रहेगा तो क्या रहेगा? बिल्कुल ठीक है। बस ये बात हम तो फिर भी उसको ये कहते हैं भाई ये कानून वापस ले ले। आपकी इसमें भी जीत ही है अगर ये कानून वापस ले ले, हार नहीं है। हाँ बिल्कुल, कोई अच्छा काम करो, अच्छा काम कर दो, लोगों की आवाज़ मनन नाल कोई तोहीन नहीं हुंदी, कोई तोहीन नहीं हुंदी। तो ਤੁਹਾਡਾ ਸਾਰਾ ਤੁਹਾਡਾ ਸ਼ੁਕਰੀਆ। ਹੁਣ ਮੈਂ ਜਿੱਦਾਂ ਬਾਹਰੋਂ ਆਏ ਨੇ ਫਤਿਹਗੜ੍ਹ ਸਾਹਿਬ ਆਪਣਾ खन्ना जी, खन्ना ਆਪਣੀ ਇੰਟਰੋਡਕਸ਼ਨ ਦੇ ਕੇ ਬੋਲਦੇ ਅਸੀਂ ਜੀ ਬਹੁਤ ਧੰਨਵਾਦੀ ਹਾਂ ਖਹਿਰਾ ਸਾਹਿਬ ਦੇ। ਇਹਨਾਂ ਨੇ ਸਾਡਾ ਵਧੀਆ ਮਿਲਵਰਤਨ ਕੀਤਾ ਸਾਡੇ ਨਾਲ। ਉਦੋਂ ਸਾਨੂੰ ਇੱਥੇ ਦੇ ਜਿਹੜਾ ਪਾਣੀਪਤ ਹੈ ਇਹਨਾਂ ਨੇ ਰੋਕਿਆ, ਬਹੁਤ ਸਾਹ ਨਾਲ ਰੋਕਿਆ ਸਾਨੂੰ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਬਿਠਾ ਕੇ ਸਾਡੀ ਇੱਜ਼ਤ ਨਾਲ ਸਤਿਕਾਰ ਕਰਦੇ ਆ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਨੇ 3 ਇਹ ਮੋਦੀ ਸਾਹਿਬ ਨੂੰ ਵਾਪਸ ਲੈਣੇ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਇਹਦੀ ਕੋਈ ਤਹੀਨ ਨਹੀਂ ਹੈ, ਬੇਇੱਜ਼ਤੀ ਨਹੀਂ ਹੈ। ਗਲਤੀਆਂ ਕਰ ਜਾਂਦਾ ਇਨਸਾਨ, ਸਾਰੀ ਦੁਨੀਆ ਕਰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਜਿਹੜੀ ਇਹ ਸਰਕਾਰ ਹੈ ਇਹਨੂੰ ਝੁਕਣਾ ਚਾਹੀਦਾ। ਜਨਤਾ ਦੀਆਂ ਵੋਟਾਂ ਨੇ, ਜਨਤਾ ਤੋਂ ਹੀ ਲੈ ਕੇ ਇਹ ਸਰਕਾਰ ਬਣਦੀ ਹੈ। ਤੇ ਜਿਹੜੀ ਸਰਕਾਰ ਦੀ ਸੋਚ ਹੈ ਉਹ ਕਿਸਾਨ ਲਈ ਮਾਰੂ ਨੀਤੀ ਹੈ ਇਹਦੀ। ਜੇ ਕਿਸਾਨ ਇੱਥੇ ਨਾ ਰਿਹਾ ਤੇ ਕੁਝ ਵੀ ਨਹੀਂ ਰਹਿਣਾ ਹੈਗਾ। ਜਿਹੜਾ ਇਹ ਬੀਜੇਪੀ ਸਰਕਾਰ ਹੈ ਕਿਸਾਨ ਨਾਲ ਬਹੁਤ ਹੀ ਬੇਇਨਸਾਫੀ ਕਰ ਰਹੀ ਹੈ। ਆ ਜਾਓ। ਬਲਿਹਾਰ ਸਿੰਘ ਜੀ ਨੇ ਇੱਥੇ ਲੋਕਲ ਨਾ, ਵੈਸੇ ਸਾਰੇ ਲੋਕਲ ਹੀ? ਹਾਂਜੀ ਸਭ ਲੋਕਲ ਪਾਣੀਪਤ ਦੇ ਨੇ। ਬਲਿਹਾਰ ਸਿੰਘ ਜੀ ਦੀ ਗੱਲ ਸੁਣਾ। ਬਲਿਹਾਰ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਵੇਂ ਹਿੰਦੁਸਤਾਨ ਦੇ, ਭਾਰਤ ਦੇ ਵਿੱਚ, ਹਿੰਦੁਸਤਾਨ ਨਹੀਂ ਕਵਾਂਗੇ ਅਸੀਂ ਤਾਂ ਭਾਰਤ ਕਵਾਂਗੇ, ਕਿਉਂਕਿ ਭਾਰਤ ਪਹਿਲਾਂ ਚੱਲਦਾ ਸੀ, ਇੰਡੀਆ ਸੀ। ਤੇ ਇੰਡੀਆ ਨੂੰ ਜੋੜਨ ਵਾਸਤੇ ਜੋ ਮੋਦੀ ਨੇ ਕੰਮ ਕੀਤਾ ਅਸੀਂ ਤਾਂ ਬੜੀ ਤਾਰੀਫ ਕਰਦੇ ਹਾਂ ਕਿ ਅਸੀਂ ਸਾਰੇ ਇੱਕ ਹੋ ਗਏ ਹਾਂ। ਕਿਉਂਕਿ ਪਹਿਲਾਂ ਨਹੀਂ ਸੀ ਪਤਾ, ਅਸੀਂ ਇੱਕ ਦੂਜੇ ਨੂੰ ਕਦੀ ਮਿਲੇ ਨਹੀਂ ਸੀ। ਹੁਣ ਉਹ ਰੂਹਾਂ ਮਿਲਦੀਆਂ ਨੇ ਜਿਹੜੀਆਂ ਕਦੀ ਕਦਾਈ ਦੇਖੀਆਂ ਹੁੰਦੀਆਂ ਸੀ। ਸਾਡੀ ਤੇ ਹੀ ਬੇਨਤੀ ਹੈ, ਮੋਦੀ ਸਾਹਿਬ ਨੇ ਮਿਲਿਆ ਹੈ, ਹੁਣ ਅਸੀਂ ਇਸ ਮੇਲ ਨੂੰ ਕਿਸੇ ਦੀ ਸਾਂਝ ਨਾ ਪਾਈਏ, ਅਸੀਂ ਆਪ ਮਿਲਦੇ ਰਹੀਏ, ਅਸੀਂ ਇੱਕ ਹੋਈਏ। ਜਿਵੇਂ ਹੁਣ ਇੱਕ ਹੋਏ ਆ, ਸਦਾ ਵਾਸਤੇ ਆਪਾਂ ਇੱਕ ਹੋ ਕੇ ਆਪਣੀ ਇੱਕ ਪਾਰਟੀ ਹੋਵੇ, ਕਿਸੇ ਨੂੰ ਸਾਨੂੰ ਮਿਲਾਉਣ ਦੀ ਲੋੜ ਹੀ ਨਾ ਪਏ, ਅਸੀਂ ਆਪੋ 'ਚ ਮਿਲਦੇ ਰਹੀਏ। ਸਾਡੀ ਤੇ ਇਹੀ ਬੇਨਤੀ ਹੈ ਬਸ, ਜਿਵੇਂ ਹੁਣ ਮਿਲੇ ਆ ਇੱਕ ਬਰਕਰਾਰ ਰਹੇ, ਇਸ ਚੀਜ਼ ਨੂੰ ਬਰਕਰਾਰ। ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਮਾਹੌਲ ਹੈ ਨਾ ਹਰਿਆਣੇ ਦੇ ਵਿੱਚ, ਇਹ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਕਹਿੰਦੇ ਨੇ ਕਿ ਹਰਿਆਣੇ 'ਚੋਂ ਕੋਈ ਵੀ ਨਹੀਂ ਹੈ ਕਿਸਾਨ ਅੰਦੋਲਨ ਦੇ ਨਾਲ। ਤੇ ਅਗਰ ਤੁਸੀਂ ਅੰਬਾਲੇ ਤੋਂ ਲੈ ਕੇ ਦਿੱਲੀ ਕੁੰਡਲੀ ਬਾਰਡਰ ਤੱਕ ਜਾਓਗੇ, ਇਹੀ ਮਾਹੌਲ ਹੈ ਸਾਰੀ ਜੀਟੀ ਰੋਡ ਦੇ ਉੱਤੇ। ਔਰ ਸਾਰੇ ਧਰਮਾਂ ਦੇ ਲੋਕ, ਸਾਰੇ ਵਰਗਾਂ ਦੇ ਲੋਕ ਅੱਜ ਇਸ ਕਿਸਾਨ ਸੰਘਰਸ਼ ਨੂੰ ਦੇ ਮੁਦਈ ਨੇ, ਉਹਦੀ ਸਪੋਰਟ ਕਰ ਰਹੇ ਨੇ। ਔਰ ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ, ਜਿੱਦਾਂ ਹੁਣੇ ਇਹਨਾਂ ਨੇ ਕਿਹਾ, ਬਲਿਹਾਰ ਨੇ ਜਾਂ ਮੁਹੰਮਦ ਜੀ ਨੇ ਕਿਹਾ ਕਿ ਸਾਨੂੰ ਮੋਦੀ ਨੇ ਇਹ ਸਾਰੇ ਘਟਨਾਕ੍ਰਮ ਵਿੱਚ ਸਾਰੀਆਂ ਕੌਮਾਂ, ਸਾਰੇ ਲੋਕਾਂ ਨੂੰ ਇੱਕ ਕਰ ਦਿੱਤਾ ਵਾ। ਇਹ ਉਹਦੀ ਦੇਣ ਸਮਝ ਲਓ। ਤੋ ਜਿਹੜਾ ਉਹ ਸ਼ਰਾਰਤਾਂ ਕਰ ਰਹੇ ਨੇ, ਕਦੀ ਇਸ ਅੰਦੋਲਨ ਨੂੰ ਖਾਲਿਸਤਾਨੀ ਕਹਿੰਦੇ ਨੇ, ਕਦੀ ਐਂਟੀ ਨੈਸ਼ਨਲ ਕਹਿੰਦੇ ਨੇ, ਕਦੀ ਇਹਨਾਂ ਨੂੰ ਨਕਸਲਵਾਦੀ ਕਹਿੰਦੇ ਨੇ। ਔਰ ਪਿਛਲੇ 1-2 ਦਿਨ ਤੋਂ ਦੇਖ ਰਹੇ ਸੀ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਲੜਾਉਣ ਵਾਸਤੇ ਜਿਹੜਾ ਸਤਲੁਜ ਯਮਨਾ ਲਿੰਕ ਦਾ ਮੁੱਦਾ ਚੱਕ ਲਿਆ ਕੇ ਪਹਿਲਾਂ ਕਈ ਦਹਾਕਿਆਂ ਦਾ ਉਹ ਉਦਾਂ ਹੀ ਪਿਆ ਵਾ ਠੰਡੇ ਬਸਤੇ ਦੇ ਵਿੱਚ। ਹੁਣ ਉਹਨੂੰ ਵੀ ਕੱਢ ਕੇ ਉਹਦੇ ਤੇ ਵੀ ਧਰਨਾ ਲਵਾਤਾ ਕਿ ਜੀ ਹਰਿਆਣਾ ਆਪਣੇ ਪਾਣੀ ਦੇ ਹਕੂਕ ਲੈ ਕੇ ਰਹੇਗਾ। ਪਰ ਹਰਿਆਣੇ ਦੇ ਬਹਾਦਰ ਚੰਗੇ ਲੋਕਾਂ ਨੇ, ਕਿਸਾਨਾਂ ਨੇ, ਉਹਨਾਂ ਨੇ ਕਿਹਾ ਇਹ ਪਾਣੀ ਤੇ ਦੂਸਰਾ ਬਾਅਦ ਦੀ ਗੱਲ ਹੈ, ਪਹਿਲਾਂ ਅਸੀਂ ਕਿਸਾਨ ਮੋਰਚਾ ਫਤਿਹ ਕਰਨਾ। ਸੋ ਇੱਕ ਅੱਛਾ ਸੰਕੇਤ, ਇੱਕ ਅੱਛਾ
ਭਾਈਚਾਰਾ, ਇੱਕ ਅੱਛਾ ਜਿਹੜਾ ਲੋਕਾਂ ਦਾ ਸੁਨੇਹਾ ਜਿਹੜਾ ਵਾ ਉਹ ਇੱਥੋਂ ਸਾਰੀਆਂ ਖਾਸ ਤੌਰ ਤੇ ਜੀਟੀ ਰੋਡ ਦੇ ਉੱਤੇ ਜਿਹੜੇ ਲੰਗਰ ਨੇ ਉਹ ਕਿਸਾਨੀ ਸੰਘਰਸ਼ ਦੇ ਮੋਰਚੇ ਦੇ ਹੱਕ ਵਿੱਚ ਜਿਹੜਾ ਜਾ ਰਿਹਾ। ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਜਾਇਜ਼ ਤੇ ਹੱਕੀ ਮੰਗਾਂ ਲੋਕਾਂ ਦੀਆਂ ਸਵੀਕਾਰ ਕਰਨੀਆਂ ਚਾਹੀਦੀਆਂ। ਉਹਦੇ 'ਚ ਕੋਈ ਬੇਇੱਜ਼ਤੀ ਨਹੀਂ ਹੁੰਦੀ। ਜਦੋਂ ਵੀ ਤੁਸੀਂ ਕੋਈ ਸੱਚ ਕਬੂਲਦੇ ਹੋ ਉਹਦੇ 'ਚ ਜਾਂ ਕੋਈ ਆਪਣੀ ਗਲਤੀ ਕਬੂਲਦੇ ਹੋ, ਆਦਮੀ ਉਹਦੇ ਨਾਲ ਵੱਡਾ ਹੀ ਹੁੰਦਾ, ਮਹਾਨ ਹੁੰਦਾ, ਉਹਦੇ ਨਾਲ ਛੋਟਾ ਨਹੀਂ ਹੁੰਦਾ। ਉਮੀਦ ਕਰਦੇ ਹਾਂ ਕਿ ਕਿਸਾਨਾਂ ਦੀਆਂ ਸਹੀ ਗੱਲਾਂ ਮੰਨਣਗੇ, ਕਿਉਂਕਿ ਅਗਰ ਕਿਸਾਨ ਹੀ ਨਹੀਂਗਾ, 65-70% ਇਸ ਦੇਸ਼ ਦੇ ਲੋਕ ਪਿੰਡਾਂ 'ਚ ਰਹਿੰਦੇ ਨੇ, ਅਗਰ ਉਹੀ ਨਹੀਂ ਗਏ ਤੇ ਫਿਰ ਕਾਹਦਾ ਭਾਰਤ ਤੇ ਕਾਹਦਾ ਸਾਡਾ ਦੇਸ਼? ਕਿਉਂਕਿ ਕਿਸਾਨਾਂ ਦੇ ਬੱਚੇ ਹੀ ਅੱਜ ਬਾਰਡਰਾਂ ਤੇ ਰਾਖੀ ਕਰਦੇ ਨੇ। ਅਗਰ ਉੱਥੇ ਕੋਈ ਚੀਨ ਦੇ ਨਾਲ ਝਗੜਾ ਹੋ ਰਿਹਾ ਉਹਦੇ 'ਚ ਕਿਸਾਨਾਂ ਦੇ ਬੱਚੇ ਹੀ ਮਰ ਰਹੇ ਨੇ। ਕਿਸਾਨਾਂ ਦੇ ਬੱਚੇ ਹੀ ਤੁਹਾਨੂੰ ਖੇਡਾਂ ਦੇ ਵਿੱਚ ਉੱਪਰ ਲੈ ਕੇ ਜਾ ਰਹੇ ਦੇਸ਼ ਨੂੰ। ਕਿਸਾਨਾਂ ਨੇ ਇਹ ਮਤ ਸਮਝੋ ਕਿ ਇਕੱਲਾ ਕਿਸਾਨ ਕਿਸਾਨੀ ਨਾਲ ਤੁਲਕ ਰੱਖਦਾ। ਕਿਸਾਨ ਨੇ ਇਸ ਦੇਸ਼ ਦੀ ਜਿਹੜੀ ਕਹਿੰਦੇ ਹੁੰਦੇ ਕਿ ਬਹੁਪੱਖੀ ਇਸ ਨੂੰ ਅੱਗੇ ਲਿਜਾਣ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਸੋ ਕਿਸਾਨ ਨਾਲ ਜ਼ਿਆਦਤੀ ਕਰਨਾ, ਕਿਸਾਨ ਨਾਲ ਵਿਤਕਰਾ ਕਰਨਾ, ਜਿਹੋ ਜਿਹਾ ਤੁਸੀਂ ਰੱਬ ਨਾਲ ਵਿਤਕਰਾ ਕਰ ਲਿਆ, ਉਦਾਂ ਦੇ ਲੋਕ ਨੇ ਸਾਰੀ ਜ਼ਿੰਦਗੀ ਕਿਰਤ ਕੀਤੀ ਆ, ਹੱਥਾਂ ਨਾਲ ਕਮਾਈ ਕੀਤੀ ਆ, ਮਿਹਨਤ ਕੀਤੀ ਆ। ਔਰ ਸਭ ਤੋਂ ਅਗਰ ਕੋਈ ਨੇਕ ਨੀਅਤੀ ਨਾਲ, ਇਮਾਨਦਾਰੀ ਨਾਲ ਜ਼ਿੰਦਗੀ ਬਸਰ ਕਰਦਾ ਸਾਰੀ ਦੁਨੀਆ ਦੇ ਵਿੱਚ, ਤਾਂ ਮੈਂ ਸਮਝਦਾ ਉਹ ਕਿਸਾਨੀ ਦਾ ਕਿੱਤਾ ਹੈ। ਇਸ ਕਰਕੇ ਕਿਸਾਨਾਂ ਦੀ ਗੱਲਾਂ ਮੰਨਣਾ ਕੇਂਦਰ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਔਰ ਸਵੀਕਾਰ ਕਰ ਲੈਣੀਆਂ ਚਾਹੀਦੀਆਂ। ਬਸ ਇਹੀ ਗੱਲ ਅਸੀਂ ਇੱਥੇ ਦੇਖਣ ਲਈ ਇਕੱਠੇ ਹੋਏ ਸੀਗੇ। ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਮੋਦੀ ਸਰਕਾਰ ਮੁਰਦਾਬਾਦ। ਦੋਸਤੋ, ਇਸ ਵਕਤ ਅਸੀਂ ਜਿਹੜਾ ਨੈਸ਼ਨਲ ਹਾਈਵੇ ਆ ਦਿੱਲੀ ਨੂੰ ਸੜਕ ਜਾ ਰਹੀ, ਉਹਦੇ ਅੰਬਾਲੇ ਤੇ ਸ਼ਾਹਬਾਦ ਦੇ ਦਰਮਿਆਨ ਮੋੜਾ ਇੱਕ ਪੁਆਇੰਟ ਹੈ, ਉੱਥੇ ਇਕੱਤਰ ਹੋਏ। ਅਸੀਂ ਰੁਕੇ, ਇੱਥੇ ਉਤਸ਼ਾਹ ਦੇਖਿਆ ਸਾਰਾ ਲੰਗਰ ਦਾ। ਔਰ ਅਸੀਂ ਜਦੋਂ ਉੱਤਰ ਕੇ ਪਤਾ ਕੀਤਾ ਤੇ ਲੰਗਰ ਜਿਹੜਾ ਇੱਥੇ ਲਾਇਆ ਗਿਆ ਵਾ ਉਹ ਸੰਤ ਜਗਜੀਤ ਸਿੰਘ ਜੀ ਲੋਪੋ ਮੋਗੇ ਵਾਲਿਆਂ ਵੱਲੋਂ ਲੰਗਰ ਚਲਾਇਆ ਗਿਆ। ਪਰ ਇਹਨਾਂ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਇੱਥੇ ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਆਲੇ ਦੁਆਲੇ ਇੰਨਾ ਵੱਡਾ ਸਹਿਯੋਗ ਮਿਲ ਰਿਹਾ ਸਾਰੀ ਸੰਗਤ ਦਾ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਦੇ ਪਿੰਡਾਂ ਦੇ ਲੋਕ ਵੀ ਇਸ ਕਿਸਾਨ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸੋ ਇਸ ਲਈ ਜਿਹੜੀ ਸਾਡੇ ਗੁਰੂ ਨਾਨਕ ਸਾਹਿਬ ਦੀ ਚਲਾਈ ਪ੍ਰਥਾ ਲੰਗਰ ਦੀ, ਉਹ ਇਸ ਮੋਰਚੇ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਵਾ। ਔਰ ਤੁਸੀਂ ਦੇਖ ਰਹੇ ਹੋ ਕਿ ਮੈਂ ਤਾਂ ਜਦੋਂ ਆਪਣੇ ਪਿੰਡੋਂ ਨਿਕਲਦਾ ਵਾਂ, ਜਲੰਧਰ ਤੋਂ ਲੈ ਕੇ ਤੇ ਦਿੱਲੀ ਤੱਕ ਲੰਗਰ ਇੰਨੇ ਹਰ 25-30 ਕਿਲੋਮੀਟਰ ਦੇ ਉੱਤੇ ਸੇਵਾ ਕੀਤੀ ਜਾ ਰਹੀ ਆ। ਕੋਈ ਚਾਹ ਦਾ ਲੰਗਰ ਬਣਾ ਰਿਹਾ, ਕੋਈ ਪ੍ਰਸ਼ਾਦੇ ਛਕਾ ਰਿਹਾ, ਕੋਈ ਆਪਣੇ ਹੋਰ ਯੋਗਦਾਨ ਪਾ ਰਿਹਾ। ਔਰ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਉਤਸ਼ਾਹ ਸਾਡੇ ਗੁਰੂ ਸਾਹਿਬਾਨ ਜਿਹੜੀ ਸਪਿਰਿਟ ਫੂਕ ਕੇ ਗਏ ਆ, ਇਹ ਉਹਦਾ ਨਤੀਜਾ ਵਾ। ਔਰ ਜਿਸ ਢੰਗ ਦੇ ਨਾਲ ਸਾਰੇ ਵਰਗਾਂ ਦੇ ਲੋਕਾਂ ਨੇ, ਅਸੀਂ ਜੀਟੀ ਰੋਡ ਤੋਂ ਜਦੋਂ ਲੰਘਦੇ ਆ ਦੇਖਦੇ ਆ ਪਿੱਛੇ ਬਹੁਤ ਵੱਡੀ ਤਾਦਾਦ ਵਿੱਚ ਮੋਟਰਸਾਈਕਲਾਂ ਤੇ ਨੌਜਵਾਨ ਦਿੱਲੀ ਜਾ ਰਹੇ ਸੀਗੇ। ਔਰ ਕਈ ਮੈਂ ਦੇਖ ਰਿਹਾ ਕਾਰਾਂ ਦੇ ਵਿੱਚ ਝੰਡੇ ਲਾਏ ਹੋਏ ਨੇ, ਆਪਣੇ ਪਰਿਵਾਰਾਂ ਨੂੰ, ਔਰਤਾਂ ਨੂੰ ਨਾਲ ਲੈ ਕੇ, ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੀ ਦਿੱਲੀ ਜਾ ਰਹੇ ਨੇ ਇੱਕ ਗੱਡੀ ਦੇ ਵਿੱਚ। ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਮੋਰਚਾ ਲੱਗਿਆ ਦਿੱਲੀ 'ਚ, ਧਰਨਾ ਲੱਗਿਆ, ਇਹਦਾ ਇੱਕ ਕੀ ਕਹਿੰਦੇ ਹੁੰਦੇ ਆ ਕਿ ਕਟਿੰਗ ਅਕ੍ਰੋਸ ਰਿਲੀਜਨਸ, ਕਟਿੰਗ ਅਕ੍ਰੋਸ ਕਾਸਟ ਲਾਈਨਸ, ਕਟਿੰਗ ਅਕ੍ਰੋਸ ਸਟੇਟਸ, ਇਹਦਾ ਬਹੁਤ ਵੱਡਾ ਇੰਪੈਕਟ ਹੈ। ਇਹ ਗੱਲ ਅਲੱਗ ਹੈ ਕਿ ਸਾਡੇ ਦੇਸ਼ ਦੀ ਸਰਕਾਰ ਬਜਿੱਦ ਹੋਈ ਆ, ਮੰਨ ਨਹੀਂ ਰਹੀ, ਪਰ ਜੇ ਮੈਂ ਕਹਿ ਦਿਆਂ ਕਿ ਲੋਕਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਔਰ ਖਾਸ ਤੌਰ ਤੇ ਮੈਂ ਪ੍ਰਬੰਧਕਾਂ ਦਾ ਔਰ ਹਰਿਆਣੇ ਦੇ ਇਸ ਮੋੜਾ ਪਿੰਡ ਦੇ ਆਲੇ ਦੁਆਲੇ ਦੀ ਸਾਰੀ ਸਮੂਹ ਸੰਗਤ ਦਾ, ਜਿਸ ਢੰਗ ਦੇ ਨਾਲ ਇਹ ਰਾਹਗੀਰਾਂ ਨੂੰ ਲੰਗਰ ਛਕਾ ਰਹੇ ਨੇ, ਉਹਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ, ਉਹਨਾਂ ਦੀ ਮੈਂ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਸੰਤ ਜਗਜੀਤ ਸਿੰਘ ਜੀ ਲੋਪੋ ਮੋਗੇ ਵਾਲਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੁਸੀਂ ਦੇਖ ਹੀ ਰਹੇ ਹੋ ਪਿੱਛੇ, ਦੇਖੋ ਕਿੱਦਾਂ ਚੱਲ ਰਿਹਾ ਸਾਰਾ ਉਤਸ਼ਾਹ ਲਗਾਤਾਰ ਕਨਸਟੈਂਟਲੀ। ਤੋਂ ਮੈਂ ਸਮਝਦਾ ਕਿ ਇਹ ਸਾਡੇ ਲਈ ਬੜੀ ਮਾਣ ਤੇ ਫਖਰ ਵਾਲੀ ਗੱਲ ਆ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਲੰਗਰ ਦੀ ਪ੍ਰਥਾ ਦੇ ਕੇ ਗਏ ਆ। ਸ਼ਾਇਦ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਥਾ ਕਿਸੇ ਹੋਰ ਕੋਲ ਐਡੇ ਵੱਡੇ ਪੱਧਰ ਤੇ ਨਹੀਂ। ਔਰ ਤੁਹਾਨੂੰ ਯਾਦ ਹੋਵੇਗਾ ਕਿ ਕਰੋਨਾ ਦੇ ਮਹਾਮਾਰੀ ਵਿੱਚ ਵੀ ਦੁਨੀਆ ਭਰ ਵਿੱਚ, ਇਕੱਲੇ ਪੰਜਾਬ, ਹਰਿਆਣਾ ਜਾਂ ਭਾਰਤ ਵਿੱਚ ਨਹੀਂ, ਬਲਕਿ ਅਮਰੀਕਾ ਵਰਗੇ ਵਿਕਸਿਤ ਮੁਲਕਾਂ 'ਚ ਸਾਡੀਆਂ ਸਿੱਖ ਗੁਰਦੁਆਰਾ ਸਾਹਿਬ ਤੋਂ ਜਥੇਬੰਦੀਆਂ ਨੇ ਨਿਊਯਾਰਕ ਵਿੱਚ ਇੱਕ ਦਿਨ 'ਚ 50-50 ਹਜ਼ਾਰ ਵਿਅਕਤੀ ਨੂੰ ਲੰਗਰ ਛਕਾਇਆ। ਔਰ ਉੱਥੋਂ ਦੀਆਂ ਸਰਕਾਰਾਂ ਨੇ, ਕੀ ਅਮਰੀਕਾ ਦੀ ਗਵਰਨਮੈਂਟ ਤੇ ਕੀ ਕੈਨੇਡਾ ਦੀ ਗਵਰਨਮੈਂਟ,
ਉਹਨਾਂ ਨੇ ਲੰਗਰ ਦੀ ਤੇ ਸਿੱਖ ਕੌਮ ਦੀ ਤੇ ਪੰਜਾਬ ਦੀ ਤੇ ਗੁਰੂ ਨਾਨਕ ਨਾਮ ਲੇਵਾ ਦੀ ਬਹੁਤ ਤਾਰੀਫ ਕੀਤੀ ਔਰ ਉਹਨਾਂ ਨੇ ਮੈਂ ਸਮਝਦਾ ਕਿ ਉਸ ਤਾਰੀਫ ਨੇ ਸਾਡੇ ਸਾਰੇ ਸਮੂਹ ਪੰਜਾਬ ਦੇ ਲੋਕਾਂ ਦਾ ਸਿਰ ਜਿਹੜਾ ਸੀਗਾ ਫਕਰ ਨਾਲ ਉੱਚਾ ਕੀਤਾ। ਸੋ ਇੱਕ ਵਾਰ ਫਿਰ ਸਿਰਫ ਲੰਘ ਰਹੇ ਸੀਗੇ GT ਰੋਡ ਤੇ, ਦਿੱਲੀ ਜਾ ਰਹੇ ਸੀਗੇ ਅਸੀਂ, ਆਪਣਾ ਜਿੰਨਾ ਸਾਡਾ ਤਿਲ ਫੁੱਲ ਯੋਗਦਾਨ ਹੈ ਅਸੀਂ ਪਾਉਣ ਵਾਸਤੇ ਪਹੁੰਚ ਰਹੇ ਹਾਂ। ਅੱਜ ਅਸੀਂ ਟਿੱਕਰੀ ਬਾਰਡਰ ਜਾਵਾਂਗੇ, ਪਰ ਰਾਹ ਦੇ ਵਿੱਚ ਆਹ ਜਿਹੜਾ ਦ੍ਰਿਸ਼ ਹੈਗਾ, ਇਕੱਲਾ ਮੋੜਾ ਪਿੰਡ ਹਰਿਆਣੇ 'ਚ ਨਹੀਂਗਾ, ਇਹ ਹਰ 25-30 ਕਿਲੋਮੀਟਰ ਦੇ ਉੱਤੇ ਇਸ ਤੁਹਾਨੂੰ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲੇਗਾ। ਤੋ ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਏਜੰਸੀਆਂ ਤਾਂ ਬਹੁਤ ਹੋਣਗੀਆਂ, ਪਤਾ ਕਰਵਾ ਲਓ ਕਿ ਲੋਕ ਕੀ ਚਾਹੁੰਦੇ ਨੇ, ਔਰ ਜੇ ਤੁਸੀਂ ਵਾਕਈ ਜਮਹੂਰੀਅਤ ਵਿਸ਼ਵਾਸ ਰੱਖਦੇ ਹੋ, ਅਗਰ ਤੁਸੀਂ ਸਹੀ ਡੈਮੋਕ੍ਰੇਟ ਹੋ, ਤਾਂ ਫਿਰ ਮੈਂ ਸਮਝਦਾ ਕਿ ਤੁਹਾਨੂੰ ਕਿਸਾਨਾਂ ਦੀਆਂ ਜਾਇਜ਼ ਹੱਕੀ ਮੰਗਾਂ ਮੰਨਣੀਆਂ ਚਾਹੀਦੀਆਂ। ਵੈਸੇ ਵੀ ਜਿਹੜੀ ਕਿਸਾਨੀ ਆ ਨਾ, ਉਹ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਵਾ, ਉਹ ਕੋਈ ਕੀ ਕਹਿੰਦੇ ਹੁੰਦੇ ਆ, ਕੋਈ ਕਿੱਤਾ ਜਾਂ ਕੰਮ ਨਹੀਂਗਾ। ਇਬਰਾਹਿਮ ਲਿੰਕਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਹੋਏ ਨੇ, ਉਹਨਾਂ ਨੇ ਇੱਕ ਸਾਦੇ ਜਿਹੇ ਕੋਟ 'ਚ ਕਿਹਾ ਕਿ ਫਾਰਮਿੰਗ ਇਜ਼ਨਟ ਅ ਜੌਬ, ਫਾਰਮਿੰਗ ਇਜ਼ ਅ ਵੇ ਆਫ ਲਾਈਫ। ਤੇ ਜੇ BJP ਸਰਕਾਰ ਤੇ ਮੋਦੀ ਦੀ ਸਰਕਾਰ ਇੱਕ ਜੀਉਣ ਦੇ ਤਰੀਕੇ, ਜ਼ਿੰਦਗੀ ਜੀਣ ਦੇ ਤਰੀਕੇ ਦੇ ਉੱਤੇ ਹਮਲਾ ਕਰੇਗੀ, ਤਾਂ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ। ਤਾਂ ਉਮੀਦ ਕਰਦੇ ਹਾਂ ਕਿ ਆਮ ਜਨਤਾ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਸਾਡੇ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਕੇ ਇਹ ਸਾਰੇ ਰੀਜਨ ਵਿੱਚ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਇਸ ਨੂੰ ਸ਼ਾਂਤ ਕਰੇਗੀ। ਕਿਉਂਕਿ ਅਗਰ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ ਨਹੀਂ ਮੰਨੋਗੇ ਤਾਂ ਤੁਸੀਂ ਇਹ ਸਮਝ ਲੈਣਾ ਕਿ ਇਸ ਦੇਸ਼ ਦੇ ਇਸ ਹਿੱਸੇ ਵਿੱਚ ਤੁਸੀਂ ਅਸ਼ਾਂਤੀ ਆਪ ਫੈਲਾ ਰਹੇ ਹੋ, ਔਰ ਉਹਦੇ ਲਈ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਸੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਰਹੀਆਂ ਸੀ। ਕਈ ਹੋਰ ਗੱਲਾਂ ਆ ਰਹੀਆਂ ਜ਼ਿਹਨ ਦੇ ਵਿੱਚ, ਪੰਜਾਬ ਤੇ ਹਰਿਆਣਾ ਨੂੰ ਲੜਾਉਣ ਦੀ ਯਤਨ ਵੀ ਕੀਤੇ ਗਏ, ਕਈ ਕੋਝੀਆਂ ਚਾਲਾਂ ਚੱਲੀਆਂ ਗਈਆਂ ਇਹਨਾਂ ਦਿਨਾਂ ਦੇ ਵਿੱਚ। ਕਦੀ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਨੇ, ਕਦੀ ਨਕਸਲਵਾਦੀ ਕਹਿ ਦਿੰਦੇ ਨੇ, ਕਦੀ, ਪਰ ਮੈਂ ਦੇਖਿਆ ਕਿ ਜਿੰਨਾ ਸਾਨੂੰ ਦਿੱਲੀ ਦੇ ਇਰਦ ਗਿਰਦ ਇਸ ਵਾਰ ਹਿੰਦੂਆਂ ਨੇ, ਮੁਸਲਮਾਨਾਂ ਨੇ, ਔਰਤਾਂ ਨੇ, ਪੜ੍ਹੇ ਲਿਖੇ ਵਰਗ ਦੇ ਵਕੀਲਾਂ ਨੇ, ਡਾਕਟਰਸ ਨੇ, ਜਿੰਨੀ ਇਸ ਮੋਰਚੇ ਦੀ ਸਪੋਰਟ ਕੀਤੀ ਆ, ਉਹਦੇ ਨਾਲ ਸਾਰੀਆਂ ਜਿਹੜੀਆਂ ਚਾਲਾਂ ਸੀ ਉਹ ਫੇਲ ਕਰਤੀਆਂ BJP ਤੇ ਮੋਦੀ ਦੀਆਂ। ਔਰ ਹੁਣ ਕੱਲ ਪਰਸੋਂ ਤੋਂ ਇੱਕ ਇਹ ਵੀ ਚਾਲ ਚੱਲ ਰਹੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਆ ਜਿਹੜਾ ਆਪਸ ਪਾਣੀਆਂ ਦਾ, ਉਹਨੂੰ ਇੱਕ ਮੁੱਦਾ ਬਣਾ ਕੇ ਤੇ BJP ਨੇ ਪੰਜਾਬ ਤੇ ਹਰਿਆਣੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਦਰਾਰ ਨੂੰ ਵੀ ਲੋਕਾਂ ਨੇ ਖੂੰਜੇ ਲਾਤਾ, ਜਾਂ ਇਹਨੂੰ ਮਤਲਬ ਕੀ ਕਹਿ ਸਕਦੇ ਕਿ ਬਹੁਤ ਇੱਕ ਠੋਸ ਲੋਕਾਂ ਨੇ ਸੁਨੇਹਾ ਦਿੱਤਾ ਕਿ ਪਹਿਲਾਂ ਸਾਨੂੰ ਕਿਸਾਨ ਆ, ਸੂਬਿਆਂ ਦੀ ਵੰਡ, ਪਾਣੀਆਂ ਦੀ ਵੰਡ ਇਹ ਸੈਕੰਡਰੀ ਇਸ਼ੂ ਆ। ਪਹਿਲਾਂ ਇੱਕ ਵਾਰ ਲੋਕਾਂ ਨੇ ਕਿਸਾਨਾਂ ਦੇ ਇਸ ਸੰਘਰਸ਼ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਯੋਗਦਾਨ ਦਿੱਤਾ, ਉਹਦੇ ਲਈ ਮੈਂ ਸਮਝਦਾ ਕਿ ਬਹੁਤ ਸਭ ਦਾ ਅਸੀਂ ਧੰਨਵਾਦ ਕਰਦੇ। ਇੱਕ ਵਾਰ ਫਿਰ ਸਮੂਹ ਸਾਧ ਸੰਗਤ ਦਾ, ਲੰਗਰ ਦੇ ਪ੍ਰਬੰਧਕਾਂ ਦਾ, ਇਲਾਕਾ ਨਿਵਾਸੀਆਂ ਦਾ, ਔਰ ਜਿਹੜੇ ਇੱਥੇ ਆਣ ਕੇ ਯੋਗਦਾਨ ਪਾਉਂਦੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾ ਦਿਓ ਪਿਆਰ ਨਾਲ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।